श्री अकाल। स्वागत है तुहाडा सारिਆਂ ਦਾ NRI वर्ल्ड ਦੀ ਇੱਕ ਹੋਰ ਖਾਸ ਪੇਸ਼ਕਸ਼ ਦੇ ਵਿੱਚ। ਕੈਨੇਡਾ ਭਰ ਦੀਆਂ ਸਰਗਰਮੀਆਂ ਦੇ ਨਾਲ ਮੈਂ ਰੁਪਿੰਦਰ ਇੱਕ ਵਾਰੀ ਫੇਰ ਤੋਂ ਹਾਜ਼ਰ ਹਾਂ। ਬੀਤੇ ਹਫਤੇ ਕੀ ਕੁਝ ਰਿਹਾ ਖਾਸ, ਐਸੇ ਤੇ ਪਾਵਾਂਗੇ ਨਜ਼ਰ ਅੱਜ NRI वर्ल्ड ਵਿੱਚ। हाल ही विच मैंबर पार्लीमेंट सुख धालीवाल वालों एक बिल पेश किया गया है जिस विच अप्रैल के महीने नूं सिख हैरीटेज मंथ वजों ऐलानण की पेशकश की गई है। जे यह बिल पास हो जाता है तो कैनेडा विच अप्रैल के महीने नूं सिख हैरीटेज मंथ वजों सैलीब्रेट किया जाएगा। जिक्रयोग है कि ओंटारियो वालों पहला ही अप्रैल नूं सिख हैरीटेज मंथ वजों ऐलानिया जा चुका है। की कुछ है इस बिल विच खास, आओ पाउंदे हां एक नज़र। सरी न्यूटन तो मैंबर पार्लीमेंट ऑनरेबल सुख धालीवाल होना वालों पार्लीमेंट विच अप्रैल महीने नूं सिख हैरीटेज मंथ ऐलान करने लई बिल पेश किया गया है। मेरे नाल हैं इस वेले सुख धालीवाल साहब, पूरी जानकारी उन्होंने को लैने। धालीवाल साहब वेलकम। देखो जी पहला देखते हैं कि 100 साल तो उत्ते हो गए सिख कम्यूनिटी नूं कैनेडा च आया। इकनॉमिकली, सोशली, पोलीटिकली, प्रोफैशनली जिथे भी आप देख लीए बड़ी वड्डियां जिहड़ियां अचीवमेंट्स हैगियां और वड्डी कंट्रीब्यूशन हैगी कैनेडा नूं। सो ये बनदा सीगा कि अज जिहड़ा है कैनेडा दी पार्लीमेंट दे विच भी जिहड़ा इह एक मता पास हो जाए जिहदे विच अप्रैल नूं सिखां दा हैरीटेज मंथ करार दित्ता जावे। वो बिल मैं पेश कीता और रूबी सोहता जिहड़े ने उन्होंने उन्होंने सैकेंड कीता हैगा। ते आने वाले समय दे विच जो फस्ट रीडिंग हुण ओहदी हो गई है, जदों ओहदी अगे सैकेंड रीडिंग ते थर्ड रीडिंग लई जाना, उस तरह मैं की करना कि मैं चाहना कि सारियां पार्टीज़ दे नुमाइंदे लिआंदा जावे। क्योंकि एक बड़ा नॉन पार्टीजन इशू हैगा ते इस नूं अगे वधाया जावे। तो मैनूं पूरी आस आ कि हर एक पार्टी दे नुमाइंदे जिहड़े ने उत्थे मैंबर पार्लीमेंट नूं सपोर्ट करनगे ते जिहड़ा ये बिल आ ये उत्थों हाउस चों पास हो जाऊ। दूजी कि इस वेले गल सब तो दूजा मसला भखिया होया वो टैक्स नूं लैके उस दे उपर कि हुण ट्रूडो सरकार टैक्स वधा रही है कि घटा रही है, इहदे बारे सानूं क्लीयर कर। देखो ये हुणे हुणे इकनॉमिक अपडेट लैके आए ने फाइनैंस मिनिस्टर, और असीं की कीता हैगा कि ਜਿਹੜੇ ਸਮਾਲ ਬਿਜ਼ਨਸ ਨੇ ਉਹਨਾਂ ਦਾ ਟੈਕਸ ਜਿਹੜੀ ਆ 2019 ਤੱਕ ਉਹਦੀ ਦਰ ਜਿਹੜੀ ਆ 9% ਕਰ ਦੇਣੀ ਆ। ਤਕਰੀਬਨ ਜੇ $500,000 ਜਿਹਦੀ ਸਮਾਲ ਬਿਜ਼ਨਸ ਦੀ ਇਨਕਮ ਹੈਗੀ ਆ ਉਹਨੂੰ ਇੱਕ ਜਾਣੇ ਬਿਜ਼ਨਸ ਨੂੰ ਤਕਰੀਬਨ $7500 ਦਾ ਜਿਹੜਾ ਫਰਕ ਆ ਉਹ ਸਾਲ ਦਾ ਪੈਣਾ। ਇਹ ਇੱਕ ਕੀਤਾ। ਔਰ ਦੂਸਰਾ ਅਸੀਂ ਇਹ ਕੀਤਾ ਕਿ ਪਹਿਲਾਂ ਹੀ ਆਉਂਦੇ ਆ ਜਿਹੜੇ ਸੀਗੇ ਪ੍ਰਧਾਨ ਮੰਤਰੀ ਨੇ ਔਰ ਸਾਡੇ ਫਾਈਨੈਂਸ ਮਿਨਿਸਟਰ ਉਹਨਾਂ ਨੇ ਇਹ ਕਿਹਾ ਸੀ ਕਿ ਅਸੀਂ ਟੈਕਸ ਜਿਹੜੇ ਆਮ ਸਧਾਰਨ ਲੋਕਾਂ ਦੇ ਘਟਾਵਾਂਗੇ। ਆਉਂਦਿਆਂ ਉਹ ਘਟਾਏ। 1% ਜਿਹੜੇ ਲੋਕ ਨੇ ਰਹੀਸ ਲੋਕ ਉਹਨਾਂ 'ਤੇ ਟੈਕਸ ਲਾਏ ਔਰ ਚਾਈਲਡ ਕੇਅਰ ਬੈਨੀਫਿਟ ਵੀ ਸੀ। ਔਰ ਅਸੀਂ ਹੁਣ ਕੀ ਕੀਤਾ ਹੈ ਕਿ ਜਿਹੜਾ ਇਨਫਲੇਸ਼ਨ ਦੇ ਹਿਸਾਬ ਦੇ ਨਾਲ ਚਾਈਲਡ ਕੇਅਰ ਵੀ ਜਿਹੜਾ ਵਾ ਉਹ ਵੀ ਵਧਾ ਦੇਣਾ। ਉਹਦੇ ਵਿੱਚ ਕੀ ਹੋਣਾ, ਤਕਰੀਬਨ 500 ਤੋਂ ਵੱਧ ਜਿਹੜਾ ਡਾਲਰ ਇੱਕ ਸਧਾਰਨ ਫੈਮਿਲੀ ਨੂੰ ਜਿਹੜੇ ਵੱਧ ਤੋਂ ਵੱਧ ਜਿਹੜੇ ਆ ਉਹ ਫਾਇਦਾ ਹੋ ਸਕਦਾ। ਔਰ ਜਦ ਸਰੀ ਨਿਊਟਨ ਦੀ ਗੱਲ ਕਰਦੇ ਸਾਰਿਆਂ ਨਾਲੋਂ ਜ਼ਿਆਦਾ ਜਿਹੜਾ ਚਾਈਲਡ ਟੈਕਸ ਕ੍ਰੈਡਿਟ ਆ ਉਹ ਮੇਰੀ ਵਾਲੀ ਰਾਈਡਿੰਗ 'ਚ ਆਇਆ। ਕਿਉਂਕਿ ਇੱਥੇ ਯੰਗ ਫੈਮਿਲੀ ਨੇ, ਐਵਰੇਜ ਵਰਕਿੰਗ ਕਲਾਸ ਫੈਮਲੀਜ਼ ਹੈਗੀਆਂ ਨੇ, ਬੱਚੇ ਹੈਗੇ ਨੇ ਉਹਨਾਂ ਦੇ। ਸੋ ਉਹਨਾਂ ਨੂੰ ਬਹੁਤ ਵੱਡਾ ਜਿਹੜਾ ਫਾਇਦਾ ਹੋਣਾ। ਔਰ ਇਕੱਲਾ ਉਹਨਾਂ ਨੂੰ ਨਹੀਂ, ਕੈਨੇਡੀਅਨ ਲੋਕਾਂ ਨੂੰ ਜਿਹੜੇ 90% ਲੋਕ ਕੈਨੇਡਾ ਦੇ ਹੈਗੇ ਨੇ ਉਹਨਾਂ ਨੂੰ ਇਸ ਦਾ ਚਾਈਲਡ ਕੇਅਰ ਦਾ ਜਿਹੜਾ ਉਹ ਫਾਇਦਾ ਹੋਣਾ। ਅਤੇ ਨਾਲ ਆਲਸੋ ਇੱਕ ਹੋਰ ਲਿਆਂਦੀ ਚੀਜ਼, ਅਸੀਂ ਇੱਕ ਵਰਕਿੰਗ ਅਲਾਊਂਸ ਲਿਆਂਦਾ ਤਾਂ ਕਿ ਲੋਕਾਂ ਨੂੰ ਇਨਕਰੇਜ ਕਰੀਏ ਜਿਹੜੇ ਕੰਮ 'ਤੇ ਨਹੀਂ ਜਾਂਦੇ ਉਹ ਜੇ ਕੰਮ 'ਤੇ ਜਾਂਦੇ ਆ ਤਾਂ ਉਹਨਾਂ ਨੂੰ ਜਿਹੜੇ ਨੇ ਉਹ ਕ੍ਰੈਡਿਟਸ ਦਿੱਤੇ ਜਾਣ। ਉਹਦੇ 'ਤੇ ਤਕਰੀਬਨ $500 ਮਿਲੀਅਨ ਜਿਹੜਾ ਹੈਗਾ ਉਹ ਗੌਰਮੈਂਟ ਖਰਚ ਕਰ ਰਹੀ ਹੈ। ਧਾਲੀਵਾਲ ਸਾਹਿਬ ਜਿਹੜਾ ਇੱਕ ਹੋਰ ਇਸ਼ੂ ਜਿਹੜਾ ਇਸ ਵੇਲੇ ਕਾਫੀ ਭਖਿਆ ਹੋਇਆ ਉਹ ਮੌਰਗੇਜਿਸ ਨੂੰ ਲੈ ਕੇ ਹੈਗਾ ਕਿ ਟਰੂਡੋ ਸਰਕਾਰ ਦਾ ਥੋੜ੍ਹਾ ਮੌਰਗੇਜ ਨੂੰ ਟਾਈਟ ਕਰਨ ਦਾ ਮੇਨ ਮਕਸਦ ਇਹੋ ਹੀ ਆ ਕਿ ਅਫੋਰਡੇਬਿਲਟੀ ਕਿਸੇ ਤਰ੍ਹਾਂ ਲਿਆਂਦੀ ਜਾਵੇ। ਦੇਖੋ ਟਾਈਟ ਕਰਨ ਦਾ ਨਹੀਂ ਹੈ, ਇਹ ਹੈਗਾ ਕਿ ਇਹ ਨਾ ਹੋਵੇ ਕਿ ਅੱਗੇ US ਦੇ ਵਿੱਚ ਕੀ ਹੋਇਆ ਰਾਈਟ, ਮੌਰਗੇਜ ਜਿਹੜੀਆਂ ਸੀ 100% ਲਈ ਜਾ ਰਹੇ ਸੀ ਔਰ ਜਦੋਂ ਆਇਆ ਮਾੜਾ ਜਿਹਾ ਵੀ ਡਾਊਨ ਟਰਨ ਆਈ ਤਾਂ ਲੋਕਾਂ ਦੀ ਜਿਹੜੀ ਸੀਗੀ ਕੈਪੀਟਲ ਉਹ ਜਾਂਦਾ ਲੱਗਿਆ। ਹੁਣ ਇਹ ਮੇਕ ਸ਼ੋਰ ਕਰਨਾ ਚਾਹੁੰਦੇ ਨੇ ਕਿ ਜਿਹੜੇ ਆਮ ਕੰਜ਼ਿਊਮਰ ਆ ਉਹ ਪ੍ਰੋਟੈਕਟ ਹੋਵੇ ਇਹਦੇ ਵਿੱਚ, ਉਸ ਹਿਸਾਬ ਦੇ ਨਾਲ ਬਣਦੀ ਜਿਹੜੀ ਹੈ ਤਾਂ ਕਿ ਮੇਕ ਸ਼ੋਰ ਜਿੰਨੀ ਉਹਨਾਂ ਦੀ ਇਨਕਮ ਹੈਗੀ ਉਸ ਹਿਸਾਬ ਨਾਲ ਅਫੋਰਡੇਬਿਲਟੀ ਹੋਵੇ। ਉਸ ਨੂੰ ਮੱਦੇਨਜ਼ਰ ਰੱਖ ਕੇ ਲੋਕਾਂ ਦੇ ਹਿੱਤਾਂ ਦੀ ਗੱਲ ਕਰਦੇ ਹੋਏ ਫਾਈਨੈਂਸ ਮਿਨਿਸਟਰ ਜਿਹੜੇ ਨੇ ਇਹ ਮੇਕ ਸ਼ੋਰ ਕਰਨਾ ਚਾਹੁੰਦੇ ਨੇ ਕਿ ਜਿਹੜੇ ਰੈਗੂਲੇਸ਼ਨ ਨੇ ਉਹ ਉਸ ਹਿਸਾਬ ਨਾਲ ਹੋਣ ਤਾਂ ਕਿ ਜਿਹੜਾ ਬੰਦਾ ਹੈਗਾ ਘਰ ਲੈਂਦਾ ਤਾਂ ਕੱਲ੍ਹ ਨੂੰ ਉਹ ਅਫੋਰਡ ਵੀ ਕਰ ਸਕਦਾ ਹੋਵੇ ਜੇ ਔਖਾ ਟਾਈਮ ਆਵੇ। ਧੰਨਵਾਦ ਸਾਹਿਬ, ਥੈਂਕ ਯੂ ਵੈਰੀ ਮਚ। ਮਿਹਰਬਾਨੀ। ਫਿਰ ਇੱਕ ਵਾਰ ਅਮਰਜੀਤ ਤੁਹਾਡੀ ਔਰ ਸਮੂਹ PTC ਦੇ ਦਰਸ਼ਕਾਂ ਦੀ
ਥੈਂਕ ਯੂ ਵੈਰੀ ਮਚ। ਇਸ ਹਨ ਸਰੀ ਨਿਊਟਨ ਤੋਂ ਮੈਂਬਰ ਪਾਰਲੀਮੈਂਟ ਓਨਰੇਬਲ ਸੁਖ ਧਾਲੀਵਾਲ ਸਾਹਿਬ, ਜਿਨ੍ਹਾਂ ਨੇ ਜੋ ਕਿ ਫੈਡਰਲ ਲੈਵਲ ਤੇ ਜੋ ਵੀ ਹਲਚਲ ਹੋ ਰਹੀ ਉਹਦੇ ਬਾਰੇ ਸਾਰੀ ਜਾਣਕਾਰੀ ਦਿੱਤੀ। ਕੈਮਰਾਮੈਨ ਸ਼ਾਮ ਸ਼ਰਮਾ ਦੇ ਨਾਲ ਅਮਰਿਤਜੀਤ ਸਿੰਘ, PTC ਨਿਊਜ਼, ਸਰੀ, ਕੈਨੇਡਾ। ਬ੍ਰਿਟਿਸ਼ ਕੋਲੰਬੀਆ ਦੀ NDP ਸਰਕਾਰ ਵੱਲੋਂ ਚੋਣਾਂ ਤੋਂ ਪਹਿਲਾਂ ਇਹ ਵਾਅਦਾ ਕੀਤਾ ਗਿਆ ਸੀ ਕਿ ਜੇ ਉਹ ਚੁਣ ਕੇ ਆਉਂਦੇ ਨੇ ਤਾਂ ਹਿਊਮਨ ਰਾਈਟਸ ਕਮਿਸ਼ਨ ਵਾਪਸ ਸਥਾਪਿਤ ਕਰਨਗੇ ਤੇ ਹੁਣ NDP ਸਰਕਾਰ ਵੱਲੋਂ ਇਹ ਜ਼ਿੰਮੇਵਾਰੀ ਸੌਂਪੀ ਗਈ ਹੈ ਰਵੀ ਕਾਲੋ ਨੂੰ, ਜਿਨ੍ਹਾਂ ਵੱਲੋਂ ਇੱਕ ਰਿਪੋਰਟ ਤਿਆਰ ਕਰਕੇ ਸਰਕਾਰ ਨੂੰ ਭੇਜੀ ਜਾਣੀ ਹੈ। ਇਸ ਸੰਬੰਧੀ ਪੇਸ਼ ਹੈ ਇੱਕ ਖਾਸ ਗੱਲਬਾਤ ਰਵੀ ਕਾਲੋ ਦੇ ਨਾਲ। BC ਸੂਬੇ ਦੀਆਂ ਇਸ ਵਾਰ ਦੀਆਂ ਇਲੈਕਸ਼ਨ ਦੌਰਾਨ NDP ਸਰਕਾਰ ਵੱਲੋਂ ਇੱਕ ਵਾਅਦਾ ਕੀਤਾ ਗਿਆ ਸੀ ਕਿ ਉਹ ਹਿਊਮਨ ਰਾਈਟ ਕਮਿਸ਼ਨ ਨੂੰ ਵਾਪਸ ਲੈ ਕੇ ਆਉਣਗੇ ਜੇ ਉਹ ਸੱਤਾ ਦੇ ਵਿੱਚ ਆਉਂਦੇ ਹਨ। ਉਹ ਵਾਅਦਾ ਉਹਨਾਂ ਨੇ ਪੂਰਾ ਕੀਤਾ ਹੈ। ਮੇਰੇ ਨਾਲ ਹਨ ਨਾਰਥ ਡੈਲਟਾ ਤੋਂ ਪਾਰਲੀਮੈਂਟਰੀ ਸੈਕਟਰੀ ਰਵੀ ਕਾਲੋ ਸਾਹਿਬ। ਗੱਲਬਾਤ ਕਰਦੇ ਹਾਂ, ਉਹਨਾਂ ਨੂੰ ਇਹ ਜ਼ਿੰਮੇਵਾਰੀ ਦਿੱਤੀ ਗਈ ਹੈ। ਕਾਲੋ ਸਾਹਿਬ, ਵੈਲਕਮ ਜੀ। ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ ਤੁਹਾਡੇ ਸਾਰੇ ਵਿਊਅਰਸ ਨੂੰ। ਤੁਹਾਨੂੰ ਪਤਾ, ਤੁਸੀਂ ਆਲਰੇਡੀ ਅਨਾਉਂਸ ਕਰ ਰਹੇ ਹੋ ਵੀ ਪ੍ਰੀਮੀਅਰ ਨੇ ਮੈਨੂੰ ਰਿਸਪੌਂਸਿਬਿਲਿਟੀ ਦਿੱਤੀ ਹੈ ਹਿਊਮਨ ਰਾਈਟਸ ਇੰਗੇਜਮੈਂਟ ਦਾ ਪ੍ਰੋਸੈਸ ਕਰਨ ਲਈ ਤੇ ਰਿਪੋਰਟ ਇਸ਼ੂ ਕਰਨ ਲਈ, ਤੇ ਮੀਟਿੰਗ ਸਾਡੀਆਂ ਆਨਗੋਇੰਗ ਜਾ ਰਹੀਆਂ ਤੇ ਨਵੰਬਰ 17 ਤੱਕ ਅਸੀਂ ਪਬਲਿਕ ਇਨਪੁਟ ਲੈਣਾ ਤੇ ਉਸ ਟਾਈਮ ਦੇ ਬਾਅਦ 'ਚ ਫਿਰ ਮੈਂ ਜਿਹੜੀ ਇਨਫੋਰਮੇਸ਼ਨ ਆਈ ਹੈ ਉਹ ਰਿਪੋਰਟ ਫਿਰ ਪ੍ਰੋਡਿਊਸ ਕਰੂੰਗਾ ਪ੍ਰੀਮੀਅਰ ਲਈ। ਯਾਦ ਹੈ ਕਿ ਲਿਬਰਲ ਸਰਕਾਰ ਵੱਲੋਂ ਇਹਨੂੰ ਨਹੀਂ ਸੀ ਲਿਆਂਦਾ ਗਿਆ ਜਾਂ ਐਲੀਮੀਨੇਟ ਕਰ ਦਿੱਤਾ। ਕਿੰਨਾ ਕੁ ਜ਼ਰੂਰੀ ਹੈ ਹਿਊਮਨ ਰਾਈਟ ਕਮਿਸ਼ਨ ਨੂੰ ਵਾਪਸ ਲੈ ਕੇ ਆਉਣਾ? ਐਕਚੁਅਲੀ ਹਿਊਮਨ ਰਾਈਟਸ ਕਮਿਸ਼ਨ ਬਹੁਤ ਇੰਪੋਰਟੈਂਟ ਹੈ, ਸਾਡੀ ਕਮਿਊਨਿਟੀ ਲਈ ਬਹੁਤ ਇੰਪੋਰਟੈਂਟ ਹੈ। ਤੁਹਾਨੂੰ ਪਤਾ ਵੀ ਫੇਮਸ ਕੋਰਟ ਕੇਸ ਹੈਗਾ ਜਿਹੜਾ ਵੈਟਰਨੇਰੀਅਨਸ ਦਾ ਕੇਸ ਡਾਕਟਰ ਬੁਲਰ ਦਾ, ਉਹਨਾਂ ਨੇ ਆਈ ਥਿੰਕ 12 years ਦੀ ਕੋਰਟ ਕੇਸ ਵਿੱਚ ਰਹੇ ਆ। ਜੇ ਕਮਿਸ਼ਨ ਹੁੰਦੀ ਨਾ ਉਹ ਇਸ਼ੂ ਰਾਈਟ ਅਵੇ ਹੋ ਜਾਣਾ ਸੀ ਐਡਰੈਸ। ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ, 2 ਇਸ਼ੂਜ਼ ਸਾਡੇ ਜਿਹੜੇ ਇੰਗੇਜਮੈਂਟ ਵਿੱਚ ਆ ਰੇਜ਼ ਹੋਏ ਆ ਸਾਡੇ 'ਤੇ। ਇੱਕ ਗਰੁੱਪ ਨੇ ਸਟੱਡੀ ਕੀਤੀ ਸੀ, ਉਹਨਾਂ ਨੇ 100 ਜੌਬ ਓਪਨਿੰਗ ਸੀ, ਉਹਨਾਂ ਨੇ 3000 ਰੈਜ਼ਮੇਸ ਸਬਮਿਟ ਕੀਤੇ। 1500 ਉਹਨਾਂ ਨੇ ਕੀਤੇ ਪੰਜਾਬੀ, ਚਾਈਨੀਜ਼, ਗ੍ਰੀਕ ਨੇਮਸ ਨਾਲ, 1500 ਉਹਨਾਂ ਨੇ ਕੀਤੇ ਗੋਰਿਆਂ ਦੇ ਨਾਂ ਤਾਂ। ਉਹਨਾਂ ਨੇ ਨੋਟਿਸ ਕੀਤਾ ਵੀ 70% ਜ਼ਿਆਦਾ ਚਾਂਸਸ ਸੀ ਜਿਨ੍ਹਾਂ ਨੇ ਗੋਰੇ ਨਾਂ ਸੀ, ਉਹਨਾਂ ਨੂੰ ਕਾਲ ਬੈਕ ਮਿਲੀ, ਐਗਜ਼ੈਕਟ ਸੇਮ ਰੈਜ਼ਮੇ, ਕੋਈ ਡਿਫਰੈਂਸ ਨਹੀਂ। ਸੋ ਉਹਨਾਂ ਨੇ ਉਹ ਸਟੱਡੀ ਸਾਨੂੰ ਦਿਖਾਇਆ ਵੀ ਡਿਸਕ੍ਰਿਮੀਨੇਸ਼ਨ ਜਿਹੜੀ ਆ ਉਹ ਬਹੁਤ ਰੀਅਲ ਆ ਸਾਡੀ ਸੋਸਾਇਟੀ ਵਿੱਚ, ਤੇ ਜਿਹੜੀ ਕਮਿਸ਼ਨ ਆ ਉਹਦੀ ਰਿਸਪੌਂਸਿਬਿਲਿਟੀ ਹੋਊਗੀ ਵੀ ਇਹੋ ਜਿਹੀਆਂ ਚੀਜ਼ਾਂ ਨੂੰ ਐਡਰੈਸ ਕਰਨ ਲਈ ਵੀ ਪ੍ਰੋਬਲਮਸ ਨਾ ਹੋਏ, ਪਹਿਲਾਂ ਅਰਲੀ ਐਡਵਾਂਸ ਉਹਨਾਂ ਨੂੰ ਐਡਰੈਸ ਕਰਨ ਲਈ। ਤੁਸੀਂ ਬਾਹਰ ਜਦੋਂ ਲੋਕਾਂ ਨੂੰ ਮਿਲਣ ਜਾਂਦੇ ਹੋ, ਉਹਨਾਂ ਦੀ ਇਨਪੁਟ ਲੈਂਦੇ ਹੋ, ਤਾਂ ਕੀ ਕਹਿੰਦੇ ਨੇ ਤੁਹਾਨੂੰ ਲੋਕੀ ਬਹੁਤ ਕੰਸਰਨਡ ਆ। ਐਸਪੈਸ਼ਲੀ ਮੈਨੂੰ ਬਹੁਤ ਕੰਸਰਨ ਆਈ ਵੀ ਸਾਡੀ ਕਮਿਊਨਿਟੀ ਤੋਂ ਵੀ ਜਦੋਂ ਸਾਡੇ ਲੋਕੀ ਆਉਂਦੇ ਆ ਇੱਥੇ ਇਮੀਗ੍ਰੇਟ ਹੁੰਦੇ ਆ, ਉਹਨਾਂ ਦੀ ਇੰਡੀਆ ਵਿੱਚ ਐਜੂਕੇਸ਼ਨ ਬਹੁਤ ਵਧੀਆ, ਚਾਈਨੀਜ਼ ਵੀ ਸੇਮ ਆ, ਐਜੂਕੇਸ਼ਨ ਬਹੁਤ ਵਧੀਆ, ਇੱਥੇ ਆ ਕੇ ਉਹਨਾਂ ਦੀ ਐਜੂਕੇਸ਼ਨ ਇਗਨੋਲਜ ਨਹੀਂ ਹੋ ਰਹੀ। ਸੋ ਇਹ ਕੰਸਰਨ ਬਹੁਤ ਆਇਆ ਸਾਡੇ ਨੂੰ, ਅਤੇ ਮੈਨੀ ਕਮਿਊਨਿਟੀਜ਼ ਨੇ ਰੇਜ਼ ਕੀਤਾ। ਜਿਹੜੇ ਨਵੇਂ ਇਮੀਗ੍ਰੈਂਟ ਕਮਿਊਨਿਟੀਜ਼ ਆ ਉਹਨਾਂ ਲਈ ਸੇਮ ਲੈਵਲ ਆਫ ਐਕਸੈਪਟੈਂਸ ਨਹੀਂ ਹੈਗੀ, ਉਹ ਡਿਸਕ੍ਰਿਮੀਨੇਸ਼ਨ ਬਹੁਤ ਆ। ਸੋ ਮੇਰਾ ਹੋਪ ਆ ਵੀ ਜਿਹੜੀ ਕਮਿਸ਼ਨ ਆ ਉਹ ਰਿਵਿਊ ਕਰਨਗੇ ਵੀ ਜਿਹੜੇ ਕ੍ਰੈਡਿਟੇਸ਼ਨਸ ਆ ਰਹੇ ਆ, ਲੋਕੀ ਆ ਰਹੇ ਆ ਕ੍ਰੈਡਿਟੇਸ਼ਨਸ ਨਾਲ, ਵੀ ਉਹਨਾਂ ਨੂੰ ਫੁੱਲ ਓਪਰਚੁਨਿਟੀ ਮਿਲੇ ਇੱਥੇ ਸੋਸਾਇਟੀ ਵਿੱਚ, ਵੀ ਉਹ ਆਪਣੇ ਫੁੱਲ ਲਾਈਫ ਲਿਵ ਕਰ ਸਕਦੇ ਅਤੇ ਜਿਹੜੀ ਐਜੂਕੇਸ਼ਨ ਉਸ ਕੰਟਰੀ ਤੋਂ ਗੇਨ ਕੀਤੀ ਆ ਵੀ ਉਹ ਵੀ ਇੱਥੇ ਯੂਜ਼ ਕਰ ਸਕਣ। ਹੁਣ ਜੋ ਤੁਸੀਂ ਇਨਪੁਟ ਲੈ ਰਹੇ ਹੋ, ਜੇ ਲੋਕਾਂ ਨੂੰ ਸਮਝ ਦੇ ਵਿੱਚ ਥੋੜ੍ਹਾ ਆਵੇ ਕਿ ਉਹ ਇਨਪੁਟ ਲੈ ਕੇ ਤੁਸੀਂ ਪ੍ਰੀਮੀਅਰ ਨੂੰ ਦਿਓਗੇ ਤਾਂ ਫਿਰ ਉਸ ਤੋਂ ਬਾਅਦ ਇਹ ਲਾਗੂ ਹੋਏਗਾ? ਯੈਸ, ਸੋ ਮੈਂ ਸਾਰੀ ਇਨਪੁਟ ਲੈ ਕੇ ਵੀ ਕਮਿਸ਼ਨ ਦਾ ਸਟਰਕਚਰ ਕਿਹੋ ਜਾਊਗਾ, ਵੀ ਰੋਲ ਕੀ ਹੋਗੇ ਸਾਰਿਆਂ ਦਾ, ਉਹਨਾਂ ਦਾ ਮੈਂਡੇਟ ਕੀ ਹੋਊਗਾ, ਉਸ ਪੂਰੀ ਰਿਪੋਰਟ ਲਿਖ ਕੇ ਮੈਂ ਪ੍ਰੀਮੀਅਰ ਨੂੰ ਦਊਂਗਾ ਅਤੇ ਅਟਾਰਨੀ ਜਨਰਲ ਨੂੰ ਦਊਂਗਾ। ਅਤੇ ਫਿਰ ਅਟਾਰਨੀ ਜਨਰਲ ਦਾ ਪਲਾਨ ਆ ਨਵੇਂ ਸਾਲ ਵਿੱਚ ਉਹ ਰਿਪੋਰਟ ਲੈ ਕੇ ਕਮਿਸ਼ਨ ਫਾਰਮ ਕਰਨ ਲਈ। ਸੋ ਸਾਡਾ ਹੋਪ ਆ ਵੀ ਸਪਰਿੰਗ ਅਗਲੇ ਸਾਲ ਵਿੱਚ ਵੀ ਨਵੀਂ ਕਮਿਸ਼ਨ ਸਾਡੀ ਸ਼ੁਰੂ ਹੋ ਜੂਗੀ। ਇਸ ਦੇ ਨਾਲ ਤੁਸੀਂ ਮਲਟੀਕਲਚਰਿਜ਼ਮ ਦੇ ਨਾਲ ਤੁਸੀਂ ਸਪੋਰਟਸ ਦਾ ਮਹਿਕਮਾ ਵੀ ਹੈ, ਤੁਸੀਂ ਖੁਦ ਹਾਕੀ ਦੇ ਪਲੇਅਰ ਆਏ ਹੋ, ਫੀਲਡ ਹਾਕੀ ਦੇ। ਸਪੋਰਟਸ ਨੂੰ ਜਦੋਂ ਗੱਲ ਕੀਤੀ ਜਾਂਦੀ ਹੈ, ਖਾਸ ਕਰਕੇ ਫੀਲਡ ਹਾਕੀ, ਆਈ ਡੋਂਟ ਨੋ ਕਿ ਫੈਡਰਲ ਲੈਵਲ 'ਤੇ ਫੰਡਿੰਗ ਹੁੰਦੀ ਹੈ ਜਾਂ ਕਿ ਪ੍ਰੋਵਿੰਸ਼ੀਅਲ ਲੈਵਲ 'ਤੇ ਵੀ ਫੰਡਿੰਗ ਹੁੰਦੀ ਹੈ ਸਪੋਰਟਸ? ਮੋਸਟ ਆਫ ਦ ਨੈਸ਼ਨਲ ਟੀਮ ਹਾਈ ਲੈਵਲ ਫੰਡਿੰਗ ਐਕਚੁਅਲੀ ਆਉਂਦੀ ਆ ਫੈਡਰਲ ਗਵਰਨਮੈਂਟ ਤੋਂ, ਬਟ ਮੇਰਾ ਹੋਪ ਆ ਵੀ ਸਪੋਰਟ ਵਿੱਚ 2 ਮੇਨ ਗੋਲਸ ਹੈ ਮੇਰੀ ਸਪੋਰਟ ਵਿੱਚ। ਇੱਕ ਵੀ ਸਾਡੀਆਂ ਜਿਹੜੀਆਂ ਲੜਕੀਆਂ ਜਦੋਂ ਏਜ 13 ਤੱਕ ਪਹੁੰਚ ਜਾਂਦੀਆਂ ਉਹ ਡਰੋਪ ਆਫ ਹੋ ਜਾਂਦੀਆਂ, ਖੇਡਦੀਆਂ ਨਹੀਂ ਸਪੋਰਟਸ। ਅਤੇ ਜਿਹੜਾ ਅਸੀਂ ਨੋਟਿਸ ਕੀਤਾ ਵੀ ਜਿਹੜਾ ਹੈਲਥ ਕੇਅਰ ਦੇ ਡਾਲਰਸ ਆ ਉਹ ਵੀ ਖਾਸ ਸਾਡਾ ਉੱਤੇ ਚੱਲ ਜਾਂਦਾ ਜਦੋਂ ਯੰਗ ਬੱਚੇ ਸਪੋਰਟ ਛੱਡ ਦੇਣਗੇ। ਸੋ ਉਹ ਅਸੀਂ ਟਰਾਈ ਕਰ ਰਹੇ ਹਾਂ ਐਡਰੈਸ ਕਰਨ ਲਈ। ਅਤੇ ਸੈਕਿੰਡ ਚੀਜ਼ ਅਸੀਂ ਟਰਾਈ ਕਰ ਰਹੇ ਹਾਂ ਵੀ ਲੋਕੀ ਚਾਹੁੰਦੇ ਵੀ ਆਪਣੇ ਬੱਚੇ ਸਪੋਰਟਸ ਖੇਡਣ, ਪਰ ਖਰਚੇ ਜ਼ਿਆਦਾ ਆ, ਐਕਸਪੈਂਸਿਵ ਜ਼ਿਆਦਾ ਹੋ ਗਿਆ। ਸੋ ਅਸੀਂ ਟਰਾਈ ਕਰ ਰਹੇ ਹਾਂ ਵੀ ਉਹ 2 ਚੀਜ਼ਾਂ ਐਡਰੈਸ ਕਰਨ ਲਈ, ਐਕਸੈਸਿਬਿਲਿਟੀ ਸਪੋਰਟ ਲਈ ਅਤੇ ਆਲਸੋ ਵੀ ਸਾਡੀਆਂ ਲੜਕੀਆਂ ਸਪੋਰਟਸ ਵਿੱਚ ਰਹਿਣ। ਥੈਂਕ ਯੂ ਤੁਹਾਡਾ ਬਹੁਤ। ਇਸ ਸਨ ਪਾਰਲੀਮੈਂਟਰੀ ਸੈਕਟਰੀ ਰਵੀ ਕਾਲੋ ਸਾਹਿਬ, ਜਿਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਹਿਊਮਨ ਰਾਈਟ ਕਮਿਸ਼ਨ ਜੋ ਕਿ ਉਹਦੇ ਜੋ ਇਨਫੋਰਮੇਸ਼ਨ ਆ ਲੋਕਾਂ ਨਾਲ ਗੱਲਬਾਤ ਕਰਕੇ ਉਹ ਇਨਪੁਟ ਲੈ ਰਹੇ ਨੇ, ਫਿਰ ਉਹ ਜਾ ਕੇ ਪ੍ਰੀਮੀਅਰ ਨੂੰ ਉਹ ਸਾਰੀ ਇਨਪੁਟ ਦੇਣਗੇ ਤਾਂ ਫਿਰ ਉਹ ਲਾਗੂ ਹੋਏਗਾ ਹਿਊਮਨ ਰਾਈਟ ਕਮਿਸ਼ਨ। ਕੈਮਰਾਮੈਨ ਸ਼ਾਮ ਸ਼ਰਮਾ ਦੇ ਨਾਲ ਅਮਰਿਤਜੀਤ ਸਿੰਘ, PTC ਨਿਊਜ਼, ਡੈਲਟਾ, ਕੈਨੇਡਾ।
ਦੁਨੀਆ ਭਰ ਵਿੱਚ ਡਾਇਬੀਟੀਜ਼, ਸਟ੍ਰੋਕ, ਹਾਰਟ ਡਿਜ਼ੀਜ਼ ਦੇ ਮਰੀਜ਼ਾਂ ਦੀ ਗਿਣਤੀ ਵਿੱਚ ਦਿਨ ਬ ਦਿਨ ਵਾਧਾ ਹੋ ਰਿਹਾ ਹੈ ਤੇ ਮੈਡੀਕਲ ਫੀਲਡਸ ਨਾਲ ਜੁੜੇ ਲੋਕ ਇਸ ਵਿੱਚ ਰੁੱਝੇ ਹੋਏ ਨੇ ਕਿ ਕਿਸ ਤਰ੍ਹਾਂ ਇਹਨਾਂ ਬਿਮਾਰੀਆਂ ਤੇ ਠੱਲ ਪਾਈ ਜਾਵੇ। ਇਸੇ ਸੰਬੰਧੀ ਆਉਂਦੀ 4 ਨਵੰਬਰ ਨੂੰ ਚੰਡੀਗੜ੍ਹ ਦੇ PGI ਹਸਪਤਾਲ ਵਿੱਚ ਇੱਕ ਵਰਲਡ ਹੈਲਥ ਕਾਨਫਰੰਸ ਹੋਣ ਜਾ ਰਹੀ ਹੈ, ਜਿਸ ਵਿੱਚ ਵੈਂਕੂਵਰ ਤੋਂ ਫਰੇਜ਼ਰ ਹੈਲਥ ਇੰਸਟੀਚਿਊਟ ਦੇ ਇੱਕ ਡੈਲੀਗੇਸ਼ਨ ਵੱਲੋਂ ਵੀ ਪਾਰਟਿਸਿਪੇਟ ਕੀਤਾ ਜਾ ਰਿਹਾ ਹੈ। ਪੇਸ਼ ਹੈ ਇਸ ਸੰਬੰਧੀ ਖਾਸ ਮੁਲਾਕਾਤ ਫਰੇਜ਼ਰ ਹੈਲਥ ਇੰਸਟੀਚਿਊਟ ਦੇ ਨੁਮਾਇੰਦਿਆਂ ਦੇ ਨਾਲ। ਫਰੇਜ਼ਰ ਹੈਲਥ ਵੱਲੋਂ ਇੱਕ ਡੈਲੀਗੇਸ਼ਨ ਇੰਡੀਆ ਦੇ ਵਿੱਚ ਕੈਂਪ ਲਾਉਣ ਜਾ ਰਿਹਾ ਹੈ, ਜੋ ਕਿ ਸਿਹਤ ਕੈਂਪ ਹੋਏਗਾ, ਸਿਹਤ ਸੈਮੀਨਾਰ ਲਾਉਣ ਜਾ ਰਿਹਾ ਐਕਚੁਅਲੀ ਤੁਸੀਂ ਕਹਿ ਸਕਦੇ ਹੋ। ਮੇਰੇ ਨਾਲ ਹਨ ਫਰੇਜ਼ਰ ਹੈਲਥ ਤੋਂ ਦਲਜੀਤ ਬੈਂਸ ਹੋਣੀ, ਜੋ ਕਿ ਇਸ ਟੂਰ ਦੇ ਵਿੱਚ ਜਾ ਰਹੇ ਹਨ। ਗੱਲਬਾਤ ਕਰਦੇ ਹਾਂ ਕਿ ਕਿਸ ਤਰ੍ਹਾਂ ਦਾ ਇਹ ਸੈਮੀਨਾਰ ਹੋਵੇਗਾ। ਦਲਜੀਤ ਜੀ ਵੈਲਕਮ। ਥੈਂਕ ਯੂ। ਇੰਡੀਆ ਦੇ ਵਿੱਚ ਤੁਸੀਂ PGI ਵਿੱਚ ਮੈਨੂੰ ਦੱਸਿਆ ਕਿ ਕੈਂਪ ਲਾਉਣ ਜਾ ਰਹੇ ਹੋ, ਇੱਕ ਸਿਹਤ ਸੈਮੀਨਾਰ ਲਾਉਣ ਜਾ ਰਹੇ ਹੋ, ਕੀ ਵਜ੍ਹਾ ਕਿ ਇੰਡੀਆ ਦੇ ਵਿੱਚ? So this is the first world non-communicable disease at PGI in Chandigarh, and it's a conference where there'll be world academic people from physicians to other world leaders, and it's where people are getting together to study about non-communicable diseases such as diabetes and heart disease. ਕੈਨੇਡਾ ਦੇ ਵਿੱਚ ਵੀ ਤੁਸੀਂ ਫਰੇਜ਼ਰ ਹੈਲਥ ਕੋਈ ਨਵੇਂ ਸੈਮੀਨਾਰ ਕਰ ਰਹੀ ਜਾਂ ਕੋਈ ਨਵੀਂ ਲੋਕਾਂ ਨੂੰ ਐਜੂਕੇਟ ਕਰ ਰਹੀ? ਹਾਂਜੀ, ਸੋ ਸਾਡਾ ਜਿਹੜਾ ਪ੍ਰੋਗਰਾਮ ਸਿਹਤ ਪ੍ਰੋਗਰਾਮ ਆ ਇਸ ਲਈ ਸ਼ੁਰੂ ਕੀਤਾ ਫਰੇਜ਼ਰ ਹੈਲਥ ਕਿਉਂ ਕਰਕੇ ਸਾਡੀ ਪੋਪੂਲੇਸ਼ਨ ਸਾਊਥ ਏਸ਼ੀਅਨ ਦੀ ਬਹੁਤ ਆ। we're the second largest population of South Asians in Canada, almost 250,000 South Asians ਆ। ਇਸ ਲਈ ਇਹ ਪ੍ਰੋਗਰਾਮ ਅਸੀਂ ਸ਼ੁਰੂ ਕੀਤਾ ਹੈ ਕਿ ਹੁਣ ਤੁਸੀਂ ਦੇਖੋਗੇ ਕਿ ਅਸੀਂ ਗੁਰਦੁਆਰਿਆਂ 'ਚ ਅਸੀਂ ਪ੍ਰੋਗਰਾਮ ਸ਼ੁਰੂ ਕੀਤਾ ਆ, ਉਹ ਅਸੀਂ ਦਿਖਾ ਲੋਕਾਂ ਨੂੰ ਅਸੀਂ ਆਹ ਸਾਡਾ ਨਵਾਂ ਇਨੀਸ਼ੀਏਟਿਵ ਆ, ਇਹ ਅਸੀਂ ਸਿਹਤ ਥਾਲੀ ਨਾਂ ਰੱਖਿਆ ਆ। ਉਹਦੇ ਵਿੱਚ ਅਸੀਂ ਲੋਕਾਂ ਨੂੰ ਦੱਸ ਵੀ ਹੈਲਥੀ ਤੁਸੀਂ ਕਿਵੇਂ ਖਾ ਸਕਦੇ ਵੀ ਜਿੱਦਾਂ ਹੁਣ ਤੁਸੀਂ ਦੇਖੋਗੇ ਕਿ ਚਾਵਲ ਜਾਂ ਰੋਟੀ ਹੋਈ ਇਹਦੇ ਵਿੱਚ ਸ਼ੂਗਰ ਇਸ ਸਪਾਈਕਸ ਯੋਰ ਸ਼ੂਗਰ ਅਪ। ਸੋ ਜੇ ਤੁਸੀਂ ਇਸ ਹਿਸਾਬ ਨਾਲ ਖਾਓਗੇ, ਅਸੀਂ ਲੋਕ ਜਿੱਦਾਂ ਇਹ ਦੱਸਣਾ ਚਾਹੁੰਦੇ ਕਿ ਕਿਵੇਂ ਤੁਸੀਂ ਹੈਲਥੀ ਖਾ ਸਕਦੇ, ਕਿਵੇਂ ਤੁਸੀਂ ਆਪਣੇ ਹਿਸਾਬ ਦੇ ਨਾਲ ਖਾ ਕੇ ਲੀਸਟ ਯੂ ਵਿਲ ਸਟੇ ਹੈਲਥੀ। ਕਿਉਂ ਕਰਕੇ ਜਿੰਨਾ ਲੋਕੀ ਜ਼ਿਆਦਾ ਖਾਣਗੇ ਉਨੀ ਥੋੜ੍ਹੀ ਡਾਇਬੀਟੀਜ਼ ਔਰ ਹੋਰ ਬਿਮਾਰੀਆਂ ਦਾ ਵਧਣ ਦਾ ਰਿਸਕ ਜ਼ਿਆਦਾ ਆ। ਮੈਂ ਇੱਥੇ ਦੇਖ ਰਿਹਾ ਤੁਸੀਂ ਕਾਫੀ ਇੱਥੇ ਸਿਹਤ ਕੁੱਕ ਵੀ ਲਿਖਿਆ ਹੋਇਆ, ਸਿਹਤ ਵਰਕਸ, ਇਹ ਕੀ ਹੈਗਾ? ਇਹਦੇ ਬਾਰੇ ਥੋੜ੍ਹੀ ਜਾਣਕਾਰੀ ਦਿਓ ਸਾਨੂੰ। ਹਾਂਜੀ, ਸੋ ਸਿਹਤ ਵਰਕਸ ਹੈਗੇ ਅਸੀਂ ਜਿਹੜਾ ਹੁਣ ਗੁਰਦੁਆਰਿਆਂ 'ਚ ਮੰਦਰਾਂ 'ਚ ਜਾ ਕੇ ਅਸੀਂ ਜਿਹੜੇ ਹੁਣ ਗੁਰਦੁਆਰਿਆਂ 'ਚ ਲੰਗਰ ਬਣਾਉਂਦੇ ਆ, ਅਸੀਂ ਉਹ ਕਿਚਨ 'ਚ ਜਾ ਕੇ ਜਿਹਨਾਂ ਦੀ ਰੈਸਪੀਜ਼ ਵਗੈਰਾ ਐਨਾਲਾਈਜ਼ ਕਰਕੇ ਫਿਰ ਅਸੀਂ ਉਹਨਾਂ ਨੂੰ ਵਾਪਸ ਦੱਸ ਵੀ ਉਹ ਕਿਵੇਂ ਸ਼ੂਗਰ ਘਟਾ ਸਕਦੇ ਔਰ ਹੋਰ ਫੈਟ ਵਾਲੀ ਚੀਜ਼ਾਂ ਤੇਲ ਵਗੈਰਾ ਕਿੰਨਾ ਘਟਾ ਸਕਦੇ। ਹੁਣ ਸਾਡਾ ਪ੍ਰੋਗਰਾਮ ਰਾਈਟ ਨਾਓ 10 ਗੁਰਦੁਆਰਿਆਂ 'ਚ ਅਸੀਂ ਸ਼ੁਰੂ ਕੀਤਾ ਆ। ਉੱਥੇ ਹੁਣ ਤਕਰੀਬਨ ਆਲਮੋਸਟ ਸਾਰੇ ਗੁਰਦੁਆਰੇ ਲੀਸਟ 25 ਤੋਂ 30% ਆਪਣੀ ਸ਼ੂਗਰ ਘਟਾਈ ਆ ਲੰਗਰ ਦੇ ਵਿੱਚ। ਸੋ ਸਿਹਤ ਵਰਕਸ ਹੈ, ਵੀ ਆਰ ਵਰਕਿੰਗ ਵਿਦ 2 ਲੋਕਲ ਬਿਜ਼ਨੈਸਿਸ। ਅਸੀਂ 2 ਬਿਜ਼ਨਸ ਨਾਲ ਸਾਡਾ ਪ੍ਰੋਗਰਾਮ ਸ਼ੁਰੂ ਹੋਇਆ। ਰਾਈਟ ਨਾਓ ਅਸੀਂ ਸੁਖੀ ਬਾਥ ਮੋਟਰਸ ਐਂਡ BNB ਟਰਸਟ ਦੇ ਨਾਲ ਜਿਹਨਾਂ ਉਹਨਾਂ ਦੇ EMPLOYEES ਆ, ਉਹਨਾਂ ਦੇ EMPLOYEES ਨਾਲ ਅਸੀਂ ਸਾਰਾ ਉਹਨਾਂ ਦਾ ਜਿੱਦਾਂ ਉਹ ਖਾਂਦੇ ਆ ਲੰਚ ਵਗੈਰਾ ਬ੍ਰੈਕਫਾਸਟ ਸਾਰਾ ਉਹਨਾਂ ਦਾ ਖਾਣਾ ਐਨਾਲਾਈਜ਼ ਕਰਕੇ ਫਿਰ ਅਸੀਂ ਉਹਨਾਂ ਨੂੰ ਹੈਲਥੀਅਰ ਆਪਸ਼ਨਸ ਦਿੰਦੇ ਆ। ਹੁਣ ਅਸੀਂ ਦੇਖਿਆ ਬਹੁਤ ਬੱਚੇ ਜਦ ਸਕੂਲ 'ਚ ਜਾਂਦੇ ਆ ਉਹਨਾਂ ਦੇ ਲੰਚ ਵਗੈਰਾ ਪੇਰੈਂਟਸ ਸਾਨੂੰ ਪਤਾ ਨਹੀਂ ਲੱਗਦਾ ਵੀ ਕਿੱਦਾਂ ਦੇ ਲੰਚ ਉਹਨੂੰ ਹੈਲਥੀ ਲੰਚ ਦੇ ਆਪਸ਼ਨ ਕਿਹੜੇ ਦੇਈਏ। ਸੋ ਅਸੀਂ ਸਕੂਲ ਦੇ ਨਾਲ ਪ੍ਰਿੰਸੀਪਲ ਦੇ ਨਾਲ ਪੇਰੈਂਟਸ ਦੇ ਨਾਲ ਅਸੀਂ ਆਪਣਾ ਪ੍ਰੋਗਰਾਮ ਸ਼ੁਰੂ ਕਰਨਾ ਕਿ ਉਹਨਾਂ ਨੂੰ ਹੈਲਥੀ ਆਪਸ਼ਨ ਦੇਣ ਲਈ। ਫਰੇਜ਼ਰ ਹੈਲਥ ਕਿਹੜਾ ਪ੍ਰੈਫਰ ਕਰਦੇ ਵੀ ਕੁਕਿੰਗ ਆਇਲ ਵਰਤਿਆ ਜਾਵੇ? ਸੋ ਦੈਟਸ ਅ ਵੈਰੀ ਗੁੱਡ ਕੁਐਸਚਨ। ਹੁਣ ਤੁਸੀਂ ਦੇਖੋਗੇ ਅਸੀਂ ਆਹ ਵੀ ਇਨਫੋਰਮੇਸ਼ਨ ਸ਼ੀਟ ਬਣਾਈ ਹੋਆ, ਇਹਦੇ ਵਿੱਚ ਅਸੀਂ ਲਿਖਿਆ ਕਿ ਇਨ ਦ ਗ੍ਰੀਨ ਜ਼ੋਨ ਕਿਹੜੇ ਹੈਲਥੀ ਆ, ਦ ਰੈੱਡ ਜ਼ੋਨ ਇਜ਼ ਕਿਹੜੇ ਨਹੀਂ ਹੈਲਥੀ। ਹੁਣ ਜਿੱਦਾਂ ਕਨੋਲਾ ਹੋਇਆ, ਸਨਫਲਾਵਰ ਆਇਲ, ਮਸਟਰਡ, ਫਲੈਕਸੀਡ, ਇਹ ਜਿੱਦਾਂ ਗ੍ਰੀਨ ਜ਼ੋਨ ਵਿੱਚ ਚਲ ਜਾਂਦੇ। ਥੀਜ਼ ਆਰ ਹੈਲਥੀਅਰ ਫॉर ਯੂ। ਐਟ ਦ ਬਾਟਮ ਇਹਦਾ ਕੋਕੋਨਟ ਹੋਇਆ, ਮਾਰਜਰੀਨ, ਇਹ ਅਨਹੈਲਥੀ ਆ। ਇਹਦਾ ਮਤਲਬ ਇਹਦੇ ਵਿੱਚ ਜ਼ਿਆਦਾ ਸੈਚੂਰੇਟਡ ਫੈਟ ਆ। ਉਹ ਜਿੱਦਾਂ ਉਹਦੇ ਨਾਲ ਜਿੱਦਾਂ ਜ਼ਿਆਦਾ ਚਰਬੀ ਵੱਧਦੀ ਆ ਥੋੜ੍ਹੇ ਆਰਟਰੀਜ਼ ਵਿੱਚ, ਜਦ ਚਰਬੀ ਵੱਧਦੀ ਆ ਉਹ ਫਿਰ ਹਾਈ ਬਲੱਡ ਪ੍ਰੈਸ਼ਰ ਅਤੇ ਕੋਲੈਸਟਰੋਲ ਵੱਧਦਾ ਆ। ਤੇ ਲੱਡੂ ਤੇ ਬਰਫੀ ਕਿੰਨੀ ਕੁ ਖਾਣੀ ਚਾਹੀਦੀ? ਸੋ ਅਸੀਂ ਇਹੀ ਦੱਸਣਾ ਚਾਹੁੰਦੇ ਵੀ ਹਿਸਾਬ ਨਾਲ ਰਾਈਟ, ਜਿੱਦਾਂ ਸਾਨੂੰ ਪਤਾ ਸਾਰਿਆਂ ਨੇ ਇੱਕ ਵਾਰੀ ਤਾਂ ਹਟਣਾ ਨਹੀਂ ਹੈਗਾ, ਪਰ ਜੇ ਤੁਸੀਂ ਹਿਸਾਬ ਨਾਲ ਖਾਓਗੇ ਇਜ਼ ਬੈਟਰ ਫॉर ਯੂ, ਮੇਕ ਹੈਲਥੀਅਰ ਚੋਇਸਿਸ। ਦਲਜੀਤ ਜੀ ਕਿਹੜਾ ਫਰੇਜ਼ਰ ਹੈਲਥ ਦਾ ਡੈਲੀਗੇਸ਼ਨ ਜਾ ਰਿਹਾ 6 ਨਵੰਬਰ ਤੋਂ ਲੈ ਕੇ ਤੇ 8 ਨਵੰਬਰ ਤੱਕ ਹੋਏਗਾ ਉੱਥੇ? ਪਰ ਕਾਨਫਰੰਸ 4 ਨਵੰਬਰ 4 ਤੋਂ 6 ਤੱਕ ਹੋਗਾ। ਥੈਂਕ ਯੂ ਵੈਰੀ ਮਚ ਫॉर दैट ਇਨਫੋਰਮੇਸ਼ਨ। ਥੈਂਕ ਯੂ। ਇਹ ਸਨ ਦਲਜੀਤ ਬੈਂਸੋਨੀ ਜੋ ਕਿ ਫਰੇਜ਼ਰ ਹੈਲਥ ਵੱਲੋਂ ਉਸ ਡੈਲੀਗੇਸ਼ਨ ਦੇ ਵਿੱਚ ਜੋ ਕਿ ਵਰਲਡ ਵਾਈਡ ਕਾਨਫਰੰਸ ਹੋ ਰਹੀ ਆ PGI ਹਸਪੀਟਲ ਚੰਡੀਗੜ੍ਹ ਦੇ ਵਿੱਚ, ਉੱਥੇ ਭਾਗ ਲੈਣ ਜਾ ਰਹੇ ਨੇ। ਕੈਮਰਾਮੈਨ ਸ਼ਾਮ ਸ਼ਰਮਾ ਦੇ ਨਾਲ ਅਮਰਿਤਜੀਤ ਸਿੰਘ, PTC ਨਿਊਜ਼, ਸਰੀ, ਕੈਨੇਡਾ। NRI ਵਰਡ ਵਿੱਚ ਫਿਲਹਾਲ ਸਮਾਂ ਹੋ ਗਿਆ ਇੱਕ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਸਾਡਾ ਇਹ ਸਫ਼ਰ ਜਾਰੀ ਰਹੇਗਾ ਤੇ ਗੱਲ ਕਰਾਂਗੇ ਭੰਗੜੇ ਦੀ। ਤੁਸੀਂ ਬਣੇ ਰਹੋ ਸਾਡੇ ਨਾਲ।
ਗੱਲ ਕਰਦੇ ਹਾਂ ਭੰਗੜੇ ਦੀ। ਬੀਤੇ ਦਿਨੀ ਭਾਂਗੜਾ ਇਨ ਦ 6 ਕੰਪੀਟੀਸ਼ਨ ਮਿਸਿਸਾਗਾ ਦੇ ਲਿਵਿੰਗ ਆਰਟ ਸੈਂਟਰ ਵਿਖੇ ਕਰਵਾਇਆ ਗਿਆ, ਜਿਸ ਵਿੱਚ ਨਾਰਥ ਅਮਰੀਕਾ ਤੋਂ ਵੱਖ-ਵੱਖ ਟੀਮਾਂ ਨੇ ਹਿੱਸਾ ਲਿਆ। ਇਸ ਭੰਗੜੇ ਦੇ ਤੇ ਹੁਣ ਗੱਲ ਕਰਦੇ ਹਾਂ ਭੰਗੜੇ ਦੀ। ਬੀਤੇ ਦਿਨੀ ਮਿਸਿਸਾਗਾ ਦੇ ਲਿਵਿੰਗ ਆਰਟ ਸੈਂਟਰ ਵਿਖੇ ਭਾਂਗੜਾ ਇਨ ਦ 6 ਕੰਪੀਟੀਸ਼ਨ ਕਰਵਾਇਆ ਗਿਆ, ਜਿਸ ਵਿੱਚ ਨਾਰਥ ਅਮਰੀਕਾ ਤੋਂ ਵੱਖ-ਵੱਖ ਟੀਮਾਂ ਨੇ ਹਿੱਸਾ ਲਿਆ ਅਤੇ ਆਪਣੇ ਭੰਗੜੇ ਦੇ ਰੰਗ ਵਿਖਾਏ। ਇਸ ਪੂਰੇ ਇਵੈਂਟ ਵਿੱਚ ਖਾਸ ਮਹਿਮਾਨ ਰਹੇ ਪੰਮੀ ਬਾਈ। ਸੋ ਤੁਹਾਨੂੰ ਵੀ ਲੈ ਕੇ ਚੱਲਦੇ ਹਾਂ ਭਾਂਗੜਾ ਇਨ ਦ 6 ਭਾਂਗੜਾ। ਤੇ ਹੁਣ ਗੱਲ ਕਰਦੇ ਹਾਂ ਭੰਗੜੇ ਦੀ। ਬੀਤੇ ਦਿਨੀ ਮਿਸਿਸਾਗਾ ਦੇ ਲਿਵਿੰਗ ਆਰਟ ਸੈਂਟਰ ਵਿਖੇ ਭੰਗੜਾ ਇਨ ਦ 6 ਕੰਪੀਟੀਸ਼ਨ ਕਰਵਾਇਆ ਗਿਆ, ਜਿਸ ਵਿੱਚ ਨਾਰਥ ਅਮਰੀਕਾ ਦੀਆਂ ਵੱਖ-ਵੱਖ ਟੀਮਾਂ ਨੇ ਹਿੱਸਾ ਲਿਆ। ਇਸ ਇਵੈਂਟ ਵਿੱਚ ਖਾਸ ਮਹਿਮਾਨ ਦੇ ਤੌਰ ਤੇ ਪਹੁੰਚੇ ਪੰਮੀ ਬਾਈ। ਆਓ ਤੁਹਾਨੂੰ ਵੀ ਲੈ ਕੇ ਚੱਲਦੇ ਹਾਂ ਭੰਗੜੇ ਦੀਆਂ ਇਹਨਾਂ ਕੁਝ ਖਾਸ ਰੌਣਕਾਂ ਵਿੱਚ। ਸ਼ਾਨ ਪੰਜਾਬ ਦੀ ਅਕੈਡਮੀ ਵੱਲੋਂ ਮਿਸਿਸਾਗਾ ਦੇ ਲਿਵਿੰਗ ਆਰਟ ਸੈਂਟਰ ਵਿਖੇ ਭੰਗੜਾ ਇਨ ਦ 6 ਕੰਪੀਟੀਸ਼ਨ ਆਰਗੇਨਾਈਜ਼ ਕੀਤਾ ਗਿਆ। ਇਸ ਇਵੈਂਟ ਦੀ ਸ਼ੁਰੂਆਤ ਢੋਲ ਅਤੇ ਭੰਗੜੇ ਦੇ ਨਾਲ ਹੋਈ। ਇਸ ਮੌਕੇ ਮੰਨੇ ਪ੍ਰਮੰਨੇ ਪੰਜਾਬੀ ਗਾਇਕ ਪੰਮੀ ਬਾਈ ਵੀ ਮੌਜੂਦ ਸਨ। Teams from North America are coming to compete hard in 2 categories, live and music category. We wish that everybody join us in this competition. Ranga para competition hai te ਅਸੀਂ ਸਾਨੂੰ ਉਮੀਦ ਕਰਦੇ ਹਾਂ ਵੀ enjoy ਕਰਨਗੇ। There some of the teams are from the back from the last year who came like first, second, third, and like it's already like three teams they already performed it here. Trust me guys, the teams are really good. Every team, like all teams are the best here. So I don't understand like who they gonna give the first one, who they gonna put the second one. ਇਸ ਸਾਲ ਭੰਗੜਾ ਇਨ ਦ 6 ਕੰਪੀਟੀਸ਼ਨ ਵਿੱਚ ਨਾਰਥ ਅਮਰੀਕਾ ਤੋਂ ਕੁੱਲ 14 ਟੀਮਾਂ ਨੇ ਹਿੱਸਾ ਲਿਆ। ਮਿਊਜ਼ਿਕ ਕੈਟੇਗਰੀ ਦੇ ਵਿੱਚ ਨਿਊਯਾਰਕ ਸਿਟੀ ਤੋਂ ਟੀਮ ਸੂਰਮੇ ਨੇ ਪਹਿਲਾ ਸਥਾਨ ਹਾਸਲ ਕੀਤਾ, ਜਦਕਿ ਲਾਈਵ ਕੈਟੇਗਰੀ ਦੇ ਵਿੱਚ ਐਡਮਿੰਟਨ ਦੀ ਪੰਜਾਬੀ ਫੋਕ ਡਾਂਸ ਅਕੈਡਮੀ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਸਾਡਾ ਭੰਗੜਾ ਇਨ ਦਾ 6 ਜੋ ਸ਼ਾਨ ਪੰਜਾਬ ਦੀ ਨੇ ਕਰਾਇਆ ਜੀ 28 ਅਕਤੂਬਰ ਐਟ ਲਿਵਿੰਗ ਆਰਟ ਸੈਂਟਰ, ਬਹੁਤ ਹੀ ਸਕਸੈਸਫੁਲ ਗਿਆ। ਕਮਿਊਨਿਟੀ ਦਾ, ਸਾਡੇ ਸਾਰਿਆਂ ਦਾ, ਸਾਡੇ ਸਪਾਂਸਰਾਂ ਦਾ, ਸਾਰਿਆਂ ਦਾ ਅਸੀਂ ਧੰਨਵਾਦ ਕਰਨਾ ਚਾਹੁੰਦੇ ਹਾਂ ਕਿ ਤੁਸੀਂ ਸਾਡੇ ਨਾਲ ਮੋਢਾ ਜੋੜ ਕੇ ਨਾਲ ਜੁੜੇ ਅਤੇ ਸਾਡੇ ਇਸ ਇਵੈਂਟ 'ਤੇ ਆਏ ਆਪਣਾ ਟਾਈਮ ਕੱਢ ਕੇ। ਸਾਡਾ ਸੋਲਡ ਆਊਟ ਇਵੈਂਟ ਗਿਆ ਜੀ। ਥੈਂਕ ਯੂ ਸੋ ਮਚ ਐਵਰੀਵਨ। ਸਾਰਿਆਂ ਨੂੰ ਇਹੀ ਗੱਲ ਕਹਿਣਾ ਚਾਹੂੰਗਾ ਫਿਰ ਤੋਂ ਕਿ ਜਿੰਨੇ ਵੀ ਸਪਾਂਸਰਾਂ ਨੇ, ਜਿੰਨੇ ਵੀ ਘਰਦਿਆਂ ਨੇ, ਸਾਡੀ ਸਾਰੀ ਕਮਿਊਨਿਟੀਜ਼ ਨੇ ਵੱਖਰੇ ਸ਼ਹਿਰਾਂ ਤੋਂ ਸਾਨੂੰ ਸਪੋਰਟ ਕੀਤਾ ਆ। ਅਮਰੀਕਾ ਤੋਂ ਵੀ ਸਾਡੇ ਕੋਲ ਬਹੁਤ ਜ਼ਿਆਦਾ ਗਿਣਤੀ ਦੇ ਵਿੱਚ ਇਸ ਵਾਰ ਸਰੋਤੇ ਸੀਗੇ ਆਪਣੇ ਲਿਵਿੰਗ ਆਰਟ ਸੈਂਟਰ ਦੇ ਵਿੱਚ। ਰੀਅਲੀ ਅੱਜ ਭੰਗੜਾ ਇਨ ਦਾ 6 ਦੇ ਵਿੱਚ ਐਜ ਏ ਗੈਸਟ ਆ ਕੇ ਇੰਨਾ ਅੱਛਾ ਲੱਗਿਆ ਜੋ ਸ਼ਾਨ ਪੰਜਾਬ ਦੀ ਨੇ ਆਰਗੇਨਾਈਜ਼ ਕੀਤਾ। ਰੀਅਲੀ ਇਜ਼ ਕ੍ਰੀਏਟ ਏ ਗ੍ਰੇਟ ਇੰਥੂਸੀਜ਼ਮ ਇਨ ਭੰਗੜਾ, ਸਪੈਸ਼ਲੀ ਇਨ ਦਾ ਨਾਰਥ ਅਮਰੀਕਾ। ਜ਼ਿਕਰ ਹੋ ਗਿਆ ਕਿ ਇਹ ਕੰਪੀਟੀਸ਼ਨ ਪਿਛਲੇ 2 ਸਾਲਾਂ ਤੋਂ ਆਰਗੇਨਾਈਜ਼ ਕੀਤਾ ਜਾ ਰਿਹਾ ਹੈ, ਜਿਸ ਦਾ ਮਕਸਦ ਹੈ ਨਾਰਥ ਅਮਰੀਕਨ ਭੰਗੜੇ ਨੂੰ ਹੋਰ ਵਧਾਉਣਾ। ਕੈਮਰਾ ਪਰਸਨ ਦਪਿੰਦਰ ਰੰਧਾਵਾ ਦੇ ਨਾਲ ਜਸਲੀਨ ਕਾਲਰਾ, PTC ਨਿਊਜ਼, ਮਿਸਿਸਾਗਾ, ਕੈਨੇਡਾ। ਰਿਮੈਂਬਰੈਂਸ ਡੇ ਨੂੰ ਮੁੱਖ ਰੱਖਦਿਆਂ ਬੀਤੇ ਦਿਨੀ ਬਰੈਂਪਟਨ ਦੇ ਸਿਟੀ ਹਾਲ ਵਿਖੇ ਪੌਪੀ ਕੈਂਪੇਨ ਲਾਂਚ ਕੀਤਾ ਗਿਆ, ਜੋ ਕਿ 11 ਨਵੰਬਰ ਤੱਕ ਚੱਲੇਗਾ। ਇਸ ਕੈਂਪੇਨ ਰਾਹੀਂ ਜੋ ਫੰਡਸ ਇਕੱਤਰ ਹੋਣਗੇ, ਉਸ ਨਾਲ ਵੈਟਰਨਸ ਦੇ ਪਰਿਵਾਰਾਂ ਦੀ ਮਦਦ ਕੀਤੀ ਜਾਏਗੀ। ਹੈਲੋਵੀਨ ਦਾ ਤਿਉਹਾਰ ਇੱਕ ਅਜਿਹਾ ਤਿਉਹਾਰ ਹੈ ਜਿਸ ਦਾ ਬੱਚਿਆਂ ਨੂੰ ਪੂਰਾ ਸਾਲ ਇੰਤਜ਼ਾਰ ਰਹਿੰਦਾ ਹੈ। ਇਸ ਦਿਨ ਬੱਚੇ ਖੂਬ ਮਜ਼ੇ ਕਰਦੇ ਹਨ। ਇਸ ਲਈ ਬਰੈਂਪਟਨ ਡਾਊਨਟਾਊਨ ਵਿਖੇ ਸਿਟੀ ਵੱਲੋਂ ਇੱਕ ਟ੍ਰਿਕ ਔਰ ਟ੍ਰੀਟ ਇਵੈਂਟ ਰੱਖਿਆ ਗਿਆ। ਇਸ ਫ੍ਰੀ ਇਵੈਂਟ ਦੇ ਵਿੱਚ ਲੋਕਲ ਬਿਜ਼ਨੈਸਸ ਵੀ ਵੱਖ-ਵੱਖ ਕਾਸਟਿਊਮਸ ਦੇ ਵਿੱਚ ਫੈਮਲੀਜ਼ ਦਾ ਵੈਲਕਮ ਕਰਦੇ ਨਜ਼ਰ ਆਏ। We're here today for the 2nd annual trick-or-treating in downtown Brampton, and it's the 2nd annual. We've got about 30 stores involved, and we've also got the harvest market on, so it's just a fun day. We've got lots of kids and families downtown Brampton. So trick-or-treating downtown Brampton, this is our 2nd year doing it. It's an annual event, so we are doing this from 10 a.m. to 1 p.m. today, and we have over 30 businesses participating. So children have the opportunity to go store to store trick-or-treating and get some sweet treats and promotional material on our businesses down here. And we also have a tree bag decorating station, which is available free of charge, and we also have a photo booth here, so the families get to go home with a photo memory of the event. ਇਸ ਮੌਕੇ ਬੱਚਿਆਂ ਲਈ ਖਾਸ ਤੌਰ ਤੇ ਕੈਂਡੀ, ਟ੍ਰੀਟ ਬੈਗ ਡੈਕੋਰੇਸ਼ਨ ਅਤੇ ਫੋਟੋ ਬੂਥ ਸਣੇ ਕਈ ਵੱਖ-ਵੱਖ ਸਟਾਲਸ ਵੀ ਲਗਾਏ ਗਏ।
Today we're giving out bags to the young trick-or-treaters that are coming out, and they're getting to decorate them with some stickers. And this event is just to let the kids have fun, because sometimes on a weeknight it's not really plausible for them to go out and trick-or-treat during the nighttime. So here today we are helping to run an event for little kids to go trick-or-treating around city of Brampton to get involved in the community. इस इवेंट राਹੀਂ ਬੱਚਿਆਂ ਨੂੰ ਵੱਖ-ਵੱਖ ਸੇਫਟੀ ਟਿਪਸ ਵੀ ਦਿੱਤੇ ਗਏ। ਜ਼ਿਕਰਯੋਗ ਹੈ ਕਿ ਹਰ ਸਾਲ 31 ਅਕਤੂਬਰ ਨੂੰ ਹੈਲੋਵੀਨ ਵਜੋਂ ਸੈਲੀਬ੍ਰੇਟ ਕੀਤਾ ਜਾਂਦਾ ਹੈ ਅਤੇ ਬੱਚੇ ਆਪਣੇ ਕਾਸਟਿਊਮਸ ਨੂੰ ਲੈ ਕੇ ਕਾਫੀ ਐਕਸਾਈਟਡ ਹੁੰਦੇ ਹਨ। ਕੈਮਰਾ ਪਰਸਨ ਦਵਿੰਦਰ ਰੰਧਾਵਾ ਦੇ ਨਾਲ ਜਸਲੀਨ ਕਾਲਰਾ, PTC ਨਿਊਜ਼, ਬ੍ਰੈਂਪਟਨ, ਕੈਨੇਡਾ। ਤੇ ਹੁਣ ਸਮਾਂ ਹੋ ਗਿਆ ਤੁਹਾਡੇ ਤੋਂ ਇਜਾਜ਼ਤ ਲੈਣ ਦਾ, ਪਰ ਇਸ ਵਾਅਦੇ ਦੇ ਨਾਲ ਕਿ ਨੈਕਸਟ ਵੀਕ ਵੀ NRI ਵਰਡ ਦੀ ਪੇਸ਼ਕਸ਼ ਇਸੇ ਤਰ੍ਹਾਂ ਜਾਰੀ ਰਹੇਗੀ। ਜੇ ਤੁਸੀਂ ਵੀ NRI ਵਰਡ ਵਿੱਚ ਕੁਝ ਖਾਸ ਵੇਖਣਾ ਚਾਹੁੰਦੇ ਹੋ ਤਾਂ ਸਾਨੂੰ ਜ਼ਰੂਰ ਲਿਖੋ। ਸਾਡਾ ਈਮੇਲ ID ਹੈ feedback@ptcnetwork.tv। ਸੋ ਮਿਲਾਂਗੇ ਅਗਲੇ ਹਫਤੇ, ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ।